ਇਹ ਸਾਡਾ ਅਧਿਕਾਰ ਹੈ ਵੀ ਅਸੀਂ ਇਹ ਅੰਦੋਲਨ ਕਰ ਸਕਦੇ ਹਾਂ। ਇਹਦਾ ਤਾਂ ਮਤਲਬ ਇੱਕ ਤਾਂ ਸਾਫ਼ ਹੈ ਵੀ ਜੇ ਸਾਨੂੰ ਕੋਈ ਤਕਲੀਫ ਹੈ ਅਸੀਂ ਤਾਂ ਹੀ ਸੜਕਾਂ ਤੇ ਆਏ। ਜੇ ਇੱਕ ਵੀ ਸਰਕਾਰ ਕਹਿ ਰਹੀ ਹੈ ਵੀ ਇਹ ਤੁਹਾਡਾ ਫਾਇਦੇ ਵਾਸਤੇ ਹੈ, ਹੁਣ ਐਡਾ ਕਿਹੜਾ ਬੇਸਮਝ ਹੈ ਜਿਹਨੂੰ ਕੋਈ ਕੋਈ ਗੱਲ ਫਾਇਦਾ ਕਰਦੀ ਹੋਵੇ ਤੇ ਉਹ ਸੜਕਾਂ ਤੇ ਬੈਠਾ ਹੋਵੇ। ਸਰਕਾਰ ਸਾਰੀ ਸਮੱਸਿਆ ਦਾ ਹੱਲ ਕਰੇ, ਘਰਾਂ ਨੂੰ ਜਾਈਏ, ਠੀਕ ਹੈ ਜੀ। ਸੋ ਇਹ ਅਣਖ ਦਾ ਸਵਾਲ ਨਹੀਂ ਇੱਥੇ ਬਹਿਣਾ। ਤਾਂ ਮੈਨੂੰ ਲੱਗਦਾ ਵੀ ਰੋਕਣ ਵਾਲੇ ਤਾਂ ਉਹੀ ਸਰਕਾਰ ਨੇ, ਤਾਂ ਸਗੋਂ ਮਗਰ ਸਰਕਾਰ ਨੂੰ ਫਟਕਾਰ ਪਾਉਣੀ ਚਾਹੀਦੀ ਹੈ ਸਾਨੂੰ ਕਹਿਣ ਦੀ। ਰਾਤ ਨੂੰ ਅਸੀਂ ਕਲੋਈ ਦੇ ਵਿੱਚ ਤਿੰਨ ਜਣੇ ਪਿਆ ਠੰਡੀਆਂ ਰਾਤਾਂ ਦੇ ਵਿੱਚ, ਇਹ ਨੁਕਸਾਨ ਨਹੀਂ ਦਿੰਦਾ। ਇਸ ਕਰਕੇ ਨੁਕਸਾਨ ਜੇ ਦੇਖਣਾ ਐਨਕਾਂ ਬਰਾਬਰ ਦੀਆਂ ਲਾਓ। ਜੇ ਉਹਨੇ ਇੰਡਸਟਰੀ ਦਾ ਨੁਕਸਾਨ ਦੇਖਣਾ ਤਾਂ ਇਹ ਲੋਕਾਂ ਨੂੰ ਵੀ ਪੁੱਛੋ ਉਹਨਾਂ ਦਾ ਹਾਲ ਕੀ। ਇਹ ਸਰਕਾਰ ਹਰਬੇ ਵਰਤਦੀ ਹੈ। ਅਸੀਂ ਸਾਰੇ ਪੱਤੇ ਉਹਨਾਂ ਦੇ ਕੁੱਟੇ ਨੇ, ਸਾਨੂੰ ਵੀ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਸਾਰੇ ਇਕੱਠੇ ਹਾਂ, ਇਕਜੁੱਟ ਹਾਂ ਤੇ ਜਿੱਤ ਕੇ ਜਾਵਾਂਗੇ ਇਸ ਗੱਲ ਤੇ। ਪਿਛਲੇ 3 ਹਫ਼ਤਿਆਂ ਤੋਂ ਜ਼ਿਆਦਾ ਹੋ ਗਏ ਕਿਸਾਨ ਸੰਘਰਸ਼ ਆਪਣੇ ਸਿਖਰ, ਆਪਣੇ ਚਰਮ ਤੇ ਹੈ ਇਸ ਵਕਤ। ਅੱਜ ਸੁਪਰੀਮ ਕੋਰਟ ਦੇ ਵਿੱਚ ਕੱਲ੍ਹ ਵੀ ਤੇ ਅੱਜ ਵੀ ਇਹਦੇ ਤੇ ਹੀਅਰਿੰਗ ਹੋਈ ਹੈ ਤੇ ਕੁਝ ਟਿੱਪਣੀਆਂ ਸਾਹਮਣੇ ਆਈਆਂ ਸੁਪਰੀਮ ਕੋਰਟ ਦੀਆਂ। ਉਹਦੇ 'ਚੋਂ ਇੱਕ ਅਹਿਮ ਗੱਲ ਇਹ ਹੈ, ਸੁਪਰੀਮ ਕੋਰਟ ਨੇ ਰਾਏ ਮੰਗੀ ਹੈ ਕੇਂਦਰ ਸਰਕਾਰ ਦੀ ਕਿ ਜੇ ਇਹਨਾਂ ਬਿੱਲਾਂ ਤੇ ਸਟੇ ਕੀਤਾ ਜਾਵੇ ਇੱਕ ਕਮੇਟੀ ਬਣਾ ਕੇ, ਤਾਂ ਕੀ ਕੇਂਦਰ ਸਰਕਾਰ ਰਾਜ਼ੀ ਹੈ ਇਹਦੇ ਤੇ ਸਟੇ ਲਾ ਸਕਦੀ ਹੈ ਕੁਝ ਟਾਈਮ ਦੇ ਲਈ। ਹੁਣ ਇਹਨੂੰ ਕਿਸਾਨ ਜਥੇਬੰਦੀਆਂ ਕਿਵੇਂ ਦੇਖਦੀਆਂ ਨੇ, ਕਿਉਂਕਿ ਇਹ ਇੱਕ ਵੱਡਾ ਸਵਾਲ ਹੈ। ਇਹਨੂੰ ਜਿੱਤ ਵਜੋਂ ਦੇਖਦੀਆਂ ਨੇ, ਅੰਸ਼ਿਕ ਜਿੱਤ ਦੇਖਦੀਆਂ ਨੇ, ਜਾਂ ਇਹਨੂੰ ਪੂਰੀ ਤਰ੍ਹਾਂ ਰੱਦ ਕਰਨਗੀਆਂ। ਇਸੇ ਤੇ ਗੱਲਬਾਤ ਕਰਨ ਦੇ ਲਈ ਕਿਸਾਨ ਸੰਘਰਸ਼ ਕਮੇਟੀ ਤੋਂ ਸਰਵਣ ਸਿੰਘ ਪੰਧੇਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ ਸਾਡੇ ਨਾਲ ਜੁੜੇ ਹੋਏ ਆ। ਦੋਵਾਂ ਦੇ ਨਾਲ ਗੱਲਬਾਤ ਕਰਾਂਗੇ। ਦੋਵਾਂ ਨੇ ਅੱਜ ਇਕੱਠੇ ਪ੍ਰੈਸ ਕਾਨਫਰੰਸ ਕੀਤੀ ਹੈ। ਉਗਰਾਹਾਂ ਸਾਹਿਬ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਕਿਵੇਂ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਟਿੱਪਣੀ ਹੈ ਉਗਰਾਹਾਂ ਸਾਹਿਬ, ਉਹਨੂੰ ਤੁਸੀਂ ਕਿਵੇਂ ਸਮਝਦੇ ਹੋ ਤੁਹਾਡੀ ਜਥੇਬੰਦੀ ਵੱਲੋਂ? ਜੇ ਇਹੋ ਜਿਹਾ ਕੁਝ ਹੁੰਦਾ ਹੈ, ਜਦ ਸੁਪਰੀਮ ਕੋਰਟ ਕਹਿੰਦੀ ਹੈ ਜੇ ਸਟੇ ਲੱਗਦੀ ਹੈ, ਇਹਨੂੰ ਤੁਸੀਂ ਜਿੱਤ ਮੰਨੋਗੇ ਜਾਂ ਨਹੀਂ? ਦੇਖੋ, ਇਹ ਤਾਂ ਜਿਹੜੀ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਉਹਦੇ ਬਾਰੇ ਕੁਝ ਆਊਗਾ, ਅਸੀਂ ਕੱਢ ਕੇ ਦੇਖਾਂਗੇ ਵੀ ਕੀ ਹੈ ਉਹ ਟਿੱਪਣੀ, ਕੀ ਹੈ, ਕਹੀ ਜੀ ਸਟੇ ਤੇ ਕਿੰਨੇ ਚਿਰ ਦੀ ਸਟੇ, ਕਾਹਦੇ ਵਾਸਤੇ ਸਟੇ ਹੈ, ਉਹਦੇ ਬਾਰੇ ਫਿਰ ਹੀ ਕੁਝ ਬੋਲਿਆ ਜਾ ਸਕਦਾ ਹੈ ਜੋ ਉਹਦੇ ਵਿੱਚ ਹੋਈ ਹੈ। ਕਿਉਂਕਿ ਆਪਦੀ ਜਥੇਬੰਦੀ 'ਚ ਵੀ ਫੈਸਲਾ ਕਰਾਂਗੇ, ਦੂਜੀਆਂ ਜਥੇਬੰਦੀਆਂ ਨੂੰ ਵੀ ਰਾਏ ਲਾਵਾਂਗੇ, ਉਹ ਕੀ ਵਿਚਾਰਦੇ ਨੇ। ਸਾਰੇ ਸਾਥੀਆਂ ਨਾਲ ਰਾਏ ਲਾ ਕੇ ਫਿਰ ਹੀ ਕੁਝ ਕਹਿਣ ਜੋਗਿਆ, ਉਹਨਾਂ ਚਿਰ ਤਾਂ ਕੁਝ ਕਹਿਣਾ ਹਾਲ। ਮਤਲਬ ਤੁਹਾਡੀ ਆਪਣੀ ਰਾਏ ਹੈ ਜਿਹੜੀ, ਉਹਦਾ ਵੀ ਫਿਰ ਕੁਝ ਜ਼ਿਆਦਾ ਉਹ ਨਹੀਂ ਹੈਗਾ, ਕਿਉਂਕਿ ਸਾਰਿਆਂ ਦੇ ਨਾਲ ਸਾਂਝੀ ਰਾਏ ਜਦੋਂ ਤੱਕ ਨਹੀਂ ਬਣਦੀ। ਆਪਣੀ ਮੇਰੀ ਪਰਸਨਲ ਰਾਏ ਵੀ ਨਹੀਂ ਮੈਂ ਰੱਖ ਸਕਦਾ, ਕਿਉਂਕਿ ਮੈਂ ਜਥੇਬੰਦੀ ਦੀ ਨੁਮਾਇੰਦਗੀ ਕਰਦਾ। ਮੇਰੀ ਜਥੇਬੰਦੀ ਦੀ ਆਪਦੀ ਮੇਰੀ ਰਾਏ ਹੈ, ਮੈਨੂੰ ਰੱਖਣ ਦਾ ਕੋਈ ਅਧਿਕਾਰ ਨਹੀਂ ਜਿੰਨਾ ਚਿਰ ਮੈਂ ਆਪਣੀ ਜਥੇਬੰਦੀ ਦੇ ਵਿੱਚ ਦੂਜੇ ਨਾਲ ਸਾਂਝੀ ਨਹੀਂ ਕਰਦਾ। ਅਸੀਂ ਬਕਾਇਦਾ ਜੋ ਵੀ ਰੱਖਦੇ ਹਾਂ ਸਾਡੀ ਬਣਦੀ ਹੈ ਉਹ ਜਥੇਬੰਦੀ ਦੀ ਰਾਏ ਰੱਖਣ ਦਾ। ਮੈਂ ਸਪੀਕਰ ਹਾਂ ਜਥੇਬੰਦੀ ਦਾ, ਮੈਨੂੰ ਜਥੇਬੰਦੀ ਦੀ ਰਾਏ ਰੱਖਣੀ ਚਾਹੀਦੀ। ਮੈਂ ਪਰਸਨਲ ਕੀ ਸੋਚਦਾ ਉਹ ਇੱਥੇ ਨਹੀਂ ਚੱਲਣੀ। ਪੰਧੇਰ ਸਾਹਿਬ, ਤੁਹਾਡਾ ਵੀ ਇਹੀ ਵਿਚਾਰ ਹੈ? ਆ ਦੇਖੋ, ਅਸਲ ਵਿੱਚ ਵੀ ਜਿੰਨਾ ਚਿਰ ਪਿਕਚਰ ਕਲੀਅਰ ਨਹੀਂ ਹੁੰਦੀ ਰਿਟਰਨ 'ਚ ਕੋਈ, ਉਹ ਤੋਂ ਬਾਅਦ ਹੁੰਦਾ ਕਈ ਵਾਰੀ ਕਈ ਸ਼ਬਦਾਂ ਦੇ ਕਈ ਮਤਲਬ ਨਿਕਲ ਜਾਂਦੇ ਹੁੰਦੇ, ਕਈ ਵਾਰੀ ਬੋਲਣ 'ਚ ਹੋਰ ਹੁੰਦਾ, ਲਿਖਣ 'ਚ ਹੋਰ ਹੁੰਦਾ। ਅਤੇ ਜਦੋਂ ਚੀਜ਼ ਸਾਹਮਣੇ ਆ ਜੇ ਤਾਂ ਫਿਰ ਉਹਦੇ 'ਚ ਆਪਣੀ ਪ੍ਰਤੀਕਿਰਿਆ ਦੇਣਾ। ਅਤੇ ਇਹ ਤੋਂ ਗਾਹਾਂ ਪਹਿਲੋਂ ਜਿਹੜੀਆਂ ਸਾਰੀਆਂ ਧਿਰਾਂ ਨੇ, ਜੇ ਉਹਨਾਂ ਸਾਰੀਆਂ ਨਾਲ ਗੱਲਬਾਤ ਹੋ ਕੇ ਸਾਂਝੀ ਪ੍ਰਤੀਕਿਰਿਆ ਜਾਵੇ ਤਾਂ ਇਹ ਮੈਨੂੰ ਲੱਗਦਾ ਚੰਗੀ ਹੁੰਦੀ ਆ। ਅੱਛਾ, ਜਿਹੜਾ ਸੁਪਰੀਮ ਕੋਰਟ ਦੀ ਇਹ ਗੱਲ ਹੈ ਕਿ ਡੈਮੋਕ੍ਰੈਟਿਕ ਰਾਈਟ ਹੈਗਾ ਕਿਸਾਨਾਂ ਦਾ, ਉਹ ਆਪਣਾ ਪ੍ਰੋਟੈਸਟ ਕਰ ਸਕਦੇ ਆ, ਪਰ ਉਹਨਾਂ ਨੇ ਇਹਦੀ ਸੰਵਿਧਾਨਕ ਜਿਹੜੀ ਮਾਨਤਾ ਹੈਗੀ ਇਸ ਕਾਨੂੰਨ ਦੀ, ਉਹਦੇ 'ਤੇ ਟਿੱਪਣੀ ਕਰਨ ਤੋਂ ਰੱਦ ਕਰਤਾ, ਇਨਕਾਰ ਕਰਤਾ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਲੱਗਦਾ ਵੀ ਇਹ ਲੀਗਲੀ ਪ੍ਰੋਸੈਸ ਹੈ ਜਿਹੜਾ, ਇਹਦੇ ਬਾਰੇ ਹੁਣ ਅਸੀਂ ਕੀ ਟਿੱਪਣੀ ਕਰੀਏ, ਕਿਉਂਕਿ ਅਸੀਂ ਤਾਂ ਉੱਥੇ ਪਾਰਟੀ ਨਹੀਂ ਹਾਂ। ਸਾਡਾ ਵਕੀਲ ਹੁੰਦਾ ਉੱਥੇ ਦੀ ਟਿੱਪਣੀ ਕਰਦਾ, ਇਸ ਕਰਕੇ ਅਸੀਂ ਉਹਦੇ 'ਚ ਪਾਰਟੀ ਨਹੀਂ। ਜਿਹੜਾ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਟ ਰਾਈਟ ਹੈ ਸਾਡਾ, ਕੋਰਟ ਦੇ ਇਹ ਸਾਡਾ ਅਧਿਕਾਰ ਹੈ ਵੀ ਅਸੀਂ ਇਹ ਅੰਦੋਲਨ ਕਰ ਸਕਦੇ ਹਾਂ। ਇਹਦਾ ਤਾਂ ਮਤਲਬ ਇੱਕ ਤਾਂ ਸਾਫ਼ ਹੈ ਵੀ ਜੇ ਸਾਨੂੰ ਕੋਈ ਤਕਲੀਫ ਹੈ ਅਸੀਂ ਤਾਂ ਹੀ ਸੜਕਾਂ 'ਤੇ ਆਏ ਹਾਂ। ਜੇ ਇੱਕ ਵੀ ਸਰਕਾਰ ਕਹਿ ਰਹੀ ਹੈ ਵੀ ਇਹ ਤੁਹਾਡਾ ਫਾਇਦੇ ਵਾਸਤੇ ਹੈ, ਹੁਣ ਐਡਾ ਕਿਹੜਾ ਬੇਸਮਝ ਹੈ ਜਿਹਨੂੰ ਕੋਈ ਕੋਈ ਗੱਲ ਫਾਇਦਾ ਕਰਦੀ ਹੋਵੇ ਤੇ ਉਹ ਸੜਕਾਂ 'ਤੇ ਬੈਠਾ ਹੋਵੇ। ਯਾਨੀ ਇਹ ਗੱਲ ਤਾਂ ਸਮਝ ਲੈਣੀ ਚਾਹੀਦੀ ਹੈ। ਹੁਣ ਸਰਕਾਰ ਜੇ ਸਾਡੇ ਕੋਲ ਇਹ ਅਧਿਕਾਰ ਹੈ ਵੀ ਸਾਡੇ ਕੋਲ ਡੈਮੋਕ੍ਰੇਟ ਹੱਕ ਹੈ ਵੀ ਤੁਸੀਂ ਅੰਦੋਲਨ ਕਰ ਸਕਦੇ ਹੋ, ਤਾਂ ਇਹ ਜਮਹੂਰੀ ਲੋਕ ਰਾਜੀ ਸਿਸਟਮ ਦੀ ਚੁਣੀ ਹੋਈ ਸਰਕਾਰ ਦਾ ਕੀ ਫਰਜ਼ ਬਣਦਾ ਫਿਰ? ਇਹ ਵੀ ਤਾਂ ਗੱਲ ਵਿਚਾਰਨ ਵਾਲੀ ਹੈ। ਇੱਥੇ ਟਿੱਪਣੀ ਹੋਣੀ ਚਾਹੀਦੀ ਹੈ ਵੀ ਫਿਰ ਜੇ ਤੁਹਾਡੇ ਲੋਕ ਤੁਹਾਡੇ ਕੋਲ ਕੋਈ ਫਰਿਆਦ ਲੈ ਕੇ ਆਏ ਨੇ, ਤੁਸੀਂ ਉਹਨਾਂ ਦੀ ਕਦੋਂ ਸੁਣੋਗੇ ਤੇ ਕਿਵੇਂ ਸੁਣੋਗੇ, ਕਿੰਨੀ ਕੁ ਸੁਣ ਲਈ, ਉਹ ਗੱਲ ਕਿਉਂ ਨਹੀਂ ਹੋ ਰਹੀ? ਵੀ ਜੇ ਉਧਰੋਂ ਜੇ ਲੀਗਲੀ ਉਹ ਠੀਕ ਨੇ ਕਿ ਨਾ ਠੀਕ ਹੈ, ਇਹ ਚੱਕਰ 'ਚ ਜਦੋਂ ਪਵਾਂਗੇ ਤਾਂ ਇਹਦਾ ਦੂਜਾ ਪ੍ਰੋਸੈਸ ਲੀਗਲੀ ਪ੍ਰੋਸੈਸ ਹੈ। ਪਰ ਜੇ ਸੰਵਿਧਾਨਕ ਜਦੋਂ ਕਹਿੰਦੇ ਸੁਪਰੀਮ ਕੋਰਟ ਰਖਵਾਲੀ ਹੈ, ਭਾਰਤ ਦੇ ਸੰਵਿਧਾਨ ਦੀ ਰਖਵਾਲੀ ਕਰਨੀ ਉਹਨੇ, ਪਰ ਜੇ ਹੁਣ ਬਹੁਤ ਸਾਰੇ ਰਾਜੇਵਾਲ ਸਾਹਿਬ ਵੀ ਕਹਿੰਦੇ, ਤੁਸੀਂ ਵੀ ਇਹ ਗੱਲ ਕਹਿ ਰਹੇ ਹੋ, ਸਾਰੀਆਂ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਐਗਰੀਕਲਚਰ ਸਟੇਟ ਸਬਜੈਕਟ ਹੈ,
ਇਹਦੇ ਤੇ ਕਾਨੂੰਨ ਬਣਾਉਣਾ ਮਤਲਬ ਸੰਵਿਧਾਨ ਦੀ ਉਲੰਘਣਾ ਹੋਈ ਹੈ। ਤੁਸੀਂ ਮੰਨਦੇ ਹੋ ਇਹ ਗੱਲ? ਇਹ ਬਿਲਕੁਲ ਠੀਕ ਹੈ, ਅਸੀਂ ਇਹ ਜਚਾਈ ਹੈ ਗੱਲ ਇਹ, ਕਿਉਂਕਿ ਗੱਲਬਾਤ ਦਾ ਵਿਸ਼ਾ, ਗੱਲਬਾਤ ਦੇ ਵਿੱਚ ਦੂਜੀ ਧਿਰ ਨੂੰ ਹਰਾਉਣ ਦੀ ਖਾਤਰ ਦਲੀਲਾਂ ਵਜੋਂ ਇਹ ਗੱਲ ਆਈ, ਪਰ ਇਹਦਾ ਪ੍ਰੋਸੈਸ ਲੀਗਲੀ ਕਾਨੂੰਨੀ ਨਹੀਂ ਚਲਾਇਆ। ਅਸੀਂ ਕੋਰਟ ਦੇ ਵਿੱਚ ਰਿਟ ਤਾਂ ਨਹੀਂ ਪਾਈ। ਜਦੋਂ ਕੋਰਟ ਦੇ ਵਿੱਚ ਜਾਵਾਂਗੇ ਫਿਰ ਅਸੀਂ ਕੋਰਟ ਦੇ ਵਿੱਚ ਆਪਣੀਆਂ ਦਲੀਲਾਂ ਐਵੀਡੈਂਸ ਤਾਂ ਦੇਵਾਂਗੇ, ਆਪਦੇ ਐਵੀਡੈਂਸ ਦੇ ਤੌਰ ਤੇ ਅਸੀਂ ਕਹਾਂਗੇ ਵੀ ਇਹ ਗੈਰ ਕਾਨੂੰਨੀ ਕਿਵੇਂ ਹੈ। ਉਹ ਉਸ ਪਾਸੇ ਤਾਂ ਅਸੀਂ ਪਏ ਨਹੀਂ, ਅਜੇ ਤਾਂ ਅਸੀਂ ਆਪਦੀ ਚੁਣੀ ਹੋਈ, ਹੱਥਾਂ ਨਾਲ ਚੁਣੀ ਹੋਈ ਸਰਕਾਰ ਤੋਂ ਆਪਦੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਹੋਇਆ ਆਪਦੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੁਹਾਡੇ ਬਣਾਏ ਹੋਏ ਕਾਨੂੰਨ ਗਲਤ ਨੇ। ਉੱਥੇ ਆ ਕੇ ਇਹ ਗੱਲਾਂ ਕਹਿੰਦੇ ਅਸੀਂ ਵੀ ਇਹ ਗੈਰ ਲੀਗਲੀ ਹੈ, ਗੈਰ ਸੰਵਿਧਾਨਕ ਹੈ। ਉਹ ਤਾਂ ਉਹਨਾਂ ਨੂੰ ਨੀਵੇਂ ਕਰਨ ਦੀ ਖਾਤਰ, ਉਹਨਾਂ ਦੀ ਗੱਲ ਨੂੰ ਗਲਤ ਰੱਦ ਕਰਨ ਦੀ ਖਾਤਰ ਉੱਥੇ ਤਾਂ ਇਹ ਦਲੀਲ ਲੈ ਕੇ ਆਉਂਦੇ ਆ, ਪਰ ਕੋਰਟ ਦਾ ਤਾਂ ਕੁਛ ਮਸਲਾ ਹੋਰ ਹੁੰਦਾ। ਫਿਰ ਵੀ ਕੋਰਟ ਦੇ ਸਾਹਮਣੇ ਮਤਲਬ ਜੇ ਤੁਸੀਂ ਕਹਿੰਦੇ ਹੋ ਵੀ ਇਹ ਸੰਵਿਧਾਨਕ ਤੌਰ ਤੇ ਗਲਤ ਹੈ ਤਾਂ ਫਿਰ ਕੀ ਕੋਰਟ ਸੰਵਿਧਾਨਕ ਤੌਰ ਤੇ ਸਹੀ ਕਰ ਰਿਹਾ ਇਸ ਵਕਤ? ਦੇਖੋ ਕੋਰਟ ਦੇ ਤੇ ਟਿੱਪਣੀ ਕਰਨੀ ਔਖੀ ਹੈ, ਕਿਉਂਕਿ ਕੋਰਟ ਤਾਂ ਕਹੂਗਾ ਦੱਸੋ ਤੁਹਾਡੀ ਕਿਹੜੀ ਪਟੀਸ਼ਨ ਪਾਈ ਹੈ, ਤੁਸੀਂ ਆਪਦਾ ਵਕੀਲ ਬਰਾਬਰ ਖੜੋ ਤੇ ਕੇਸ ਲੜੂਗਾ, ਉਹਦੇ ਸੁਣਵਾਈ ਤੁਹਾਡੀ ਹੋ ਜੂ ਵੀ ਲੀਗਲੀ ਠੀਕ ਹੈ ਜਾਂ ਗਲਤ ਦਾ ਫੈਸਲਾ ਤਾਂ ਉਦੋਂ ਹੁੰਦਾ। ਇਹ ਤਾਂ ਰਿਟ ਅਸੀਂ ਪਾਈ ਨਹੀਂ। ਅਸੀਂ ਤਾਂ ਜਨਤਕ ਤੌਰ ਤੇ ਜਿਹੜਾ ਸਾਡਾ ਅਧਿਕਾਰ ਹੈ ਆਪਦੀ ਚੁਣੀ ਹੋਈ ਸਰਕਾਰ ਤੋਂ ਆਪਦਾ ਅਧਿਕਾਰ ਲੈਣ ਦੀ ਖਾਤਰ ਆਇਆ। ਅਜੇ ਤਾਂ ਇੱਥੇ ਤੱਕ ਸੀਮਤ ਹੈ ਵੀ ਸਰਕਾਰ ਵਾਪਸ ਲਵੇ, ਉਹ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ। ਅਗਲਾ ਅਧਿਕਾਰ ਦੀ ਵਰਤੋਂ ਜੇ ਕੋਈ ਕਰਨਾ ਚਾਹੁੰਦਾ ਕਰ ਲਵੇ, ਜੇ ਸਾਨੂੰ ਲੋੜ ਪਈ ਅਸੀਂ ਕਰ ਲਾਂਗੇ। ਜੇ ਪੰਧੇਰ ਸਾਹਿਬ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪ੍ਰੋਟੈਸਟ ਕਰੋ, ਤੁਹਾਡਾ ਰਾਈਟ ਹੈ, ਪਰ ਤੁਸੀਂ ਐਸੀ ਜਗ੍ਹਾ ਤੇ ਕਰੋ ਜਿੱਥੇ ਲੋਕਾਂ ਨੂੰ ਦਿੱਕਤ ਨਾ ਆਵੇ। ਮਤਲਬ ਜਿਹੜਾ ਉਹਨਾਂ ਦਾ ਕਹਿਣ ਦਾ ਲਹਿਜ਼ਾ ਹੈ ਸ਼ਾਇਦ ਉਹ ਇਹ ਹੋ ਸਕਦਾ ਕੱਲ੍ਹ ਨੂੰ ਕਿ ਤੁਸੀਂ ਕਿਸੇ ਐਸੇ ਗਰਾਊਂਡ ਦੇ ਵਿੱਚ ਸ਼ਿਫਟ ਹੋ ਜਾਓ ਜਿੱਥੋਂ ਇਹ ਭੀੜ ਹੈ ਸਾਰੀ ਹਟ ਜਾਏ। ਦੇਖੋ ਮੈਨੂੰ ਲੱਗਦਾ ਸਾਰੀਆਂ ਜਥੇਬੰਦੀਆਂ ਦਾ ਜਾਂ ਦਿੱਲੀ ਵਿੱਚ ਜਿਹੜਾ ਪ੍ਰੋਟੈਸਟ ਚੱਲ ਰਿਹਾ, ਕੋਈ ਅਣਖ ਦਾ ਸਵਾਲ ਤਾਂ ਹੈ ਨਹੀਂ। ਇਹਦੋਂ ਪਿੱਛੋਂ ਜਿਹੜੇ ਕੋ ਰੇਲ ਰੋਕੋ ਹੋਏ ਆ, ਟੋਲ ਪਲਾਜ਼ਿਆਂ ਤੇ ਆ, ਪੈਟਰੋਲ ਪੰਪਾਂ ਤੇ ਆ, ਸਵਾਲ ਤਾਂ ਹੈਗਾ ਆਪਦੀ ਗੱਲ ਨੂੰ ਲੋਕਤੰਤਰ ਵਿੱਚ ਸਰਕਾਰਾਂ ਤੱਕ ਪਹੁੰਚਾਉਣ ਦਾ, ਜੋ ਪਹੁੰਚ ਰਹੀ ਆ। ਸਰਕਾਰ ਸਾਰੀ ਸਮੱਸਿਆ ਦਾ ਹੱਲ ਕਰੇ, ਘਰਾਂ ਨੂੰ ਜਾਈਏ, ਠੀਕ ਹੈ ਜੀ। ਸੋ ਇਹ ਅਣਖ ਦਾ ਸਵਾਲ ਨਹੀਂ ਇੱਥੇ ਬਹਿਣਾ। ਤੋ ਮੈਨੂੰ ਲੱਗਦਾ ਵੀ ਰੋਕਣ ਵਾਲੇ ਤਾਂ ਉਹੀ ਸਰਕਾਰ ਨੇ, ਤਾਂ ਸਗੋਂ ਮੈਂ ਕਿਹਾ ਸਰਕਾਰ ਨੂੰ ਫਟਕਾਰ ਪਾਉਣੀ ਚਾਹੀਦੀ ਹੈ ਸਾਨੂੰ ਕਹਿਣ ਦੀ ਬਜਾਏ। ਪਰ ਐਸਓਐਚਐਮ ਕਹਿੰਦੀ ਵੀ 3500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈਗਾ ਡੇਲੀ ਦੇ ਹਿਸਾਬ ਨਾਲ ਇੰਡਸਟਰੀ ਦਾ। ਅਸੀਂ ਚਾਹੁੰਦੇ ਹਾਂ ਵੀ ਇੰਡਸਟਰੀ ਦਾ ਨੁਕਸਾਨ ਹੋਵੇ। ਇਹ ਸਰਕਾਰ ਦੇ ਸੋਚ ਰਹੀ ਹੈ ਨੁਕਸਾਨ ਹੋ ਰਿਹਾ। ਸਰਕਾਰ ਨੂੰ ਨੁਕਸਾਨ ਤਾਂ ਦਿਖ ਗਿਆ। ਆ ਜਿਹੜੇ ਪਏ ਨੇ ਵਿਹਲੇ ਸੜਕਾਂ ਤੇ ਪਏ ਨੇ ਵਿਹਲੇ ਨੇ ਲੋਕ, ਇਹਨਾਂ ਨੂੰ ਘਰੇ ਕੰਮ ਨਹੀਂ, ਇਹਨਾਂ ਦਾ ਨੁਕਸਾਨ ਨਹੀਂ ਹੋ ਰਿਹਾ। ਕਿੰਨੇ ਦਰਜਨਾਂ ਲੋਕ ਇੱਥੇ ਸ਼ਹੀਦ ਹੋ ਗਏ ਮੋਰਚੇ 'ਚ, ਉਹਨਾਂ ਦੇ ਘਰਾਂ ਦਾ ਨੁਕਸਾਨ ਨਹੀਂ ਹੋ ਰਿਹਾ। ਰਾਤ ਇੱਕ 35 ਸਾਲ ਦਾ ਨੌਜਵਾਨ ਮੁੰਡਾ ਮਰ ਗਿਆ, ਉਹਨਾਂ ਦੇ ਘਰੇ ਰੋਣੇ ਪਿੱਟਣੇ ਪਏ ਹੋਏ ਆ, ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਇਹ ਨੁਕਸਾਨ ਇੰਡਸਟਰੀਆਂ ਦਾ ਨੁਕਸਾਨ ਦਿਸੀ ਜਾਂਦਾ। ਰਾਤ ਨੂੰ ਅਸੀਂ ਕਲੋਈ ਦੇ ਵਿੱਚ 3-3 ਜਣੇ ਪਿਆ ਠੰਡੀਆਂ ਰਾਤਾਂ ਦੇ ਵਿੱਚ, ਇਹ ਨੁਕਸਾਨ ਨਹੀਂ ਦਿੰਦਾ। ਇਸ ਕਰਕੇ ਨੁਕਸਾਨ ਜੇ ਦੇਖਣਾ ਐਨਕਾਂ ਬਰਾਬਰ ਦੀਆਂ ਲਾਓ। ਜੇ ਉਹਨੇ ਇੰਡਸਟਰੀ ਦਾ ਨੁਕਸਾਨ ਦੇਖਣਾ ਤਾਂ ਇਹ ਲੋਕਾਂ ਨੂੰ ਵੀ ਪੁੱਛੋ ਇਹਨਾਂ ਦਾ ਹਾਲ ਕੀ ਹੈ। ਖੇਤੀ ਪਹਿਲੇ ਹੀ ਤੁਸੀਂ ਕੱਲ੍ਹ ਦਾ ਦੇਖਿਆ, ਆਪਣਾ ਕੱਲ੍ਹ ਦਾ ਪ੍ਰੋਗਰਾਮ 2000 ਔਰਤ ਆਈ ਆ ਪੰਜਾਬ 'ਚ, ਹੱਥਾਂ 'ਚ ਉਹਨਾਂ ਦੀਆਂ ਫੋਟੋਆਂ ਚੱਕੀਆਂ ਹੋਈਆਂ ਸੀ ਜਿਹੜੀਆਂ 19-19 ਸਾਲ ਦੇ ਮੁੰਡਿਆਂ ਦੀਆਂ ਖੁਦਕੁਸ਼ੀ ਦੀਆਂ ਫੋਟੋਆਂ 'ਚ ਲਾਸ਼ਾਂ ਚੱਕੀ ਫਿਰਦੀਆਂ ਨੇ ਔਰਤਾਂ ਆਪਦੇ ਬੱਚਿਆਂ ਦੀਆਂ ਆਪਦੇ ਮੋਢਿਆਂ ਤੇ ਉਹ ਨੁਕਸਾਨ ਨਹੀਂ ਦਿਖਦਾ ਤੁਹਾਨੂੰ। ਆਹੀ ਨੁਕਸਾਨ 35,100 ਕਰੋੜ ਰੁਪਏ ਦਾ ਨੁਕਸਾਨ ਦਿੰਦਾ। ਇਸ ਕਰਕੇ ਐਨਕ ਲੋਕ ਰਾਜ, ਤੁਸੀਂ ਹਕੂਮਤੋਂ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ, ਤੁਹਾਡੀ ਜ਼ਿੰਮੇਵਾਰੀ ਹੋਈ ਹੈ ਸਭ ਦਾ ਖਿਆਲ ਰੱਖਣ ਦਾ। ਅਸੀਂ ਕਦੋਂ ਕਹਿੰਦੇ ਵੀ ਇੰਡਸਟਰੀ ਦਾ ਨੁਕਸਾਨ ਹੋਵੇ? ਸਾਡੀ ਤਾਂ ਬੇਵਸੀ ਹੈ, ਅਸੀਂ ਤਾਂ ਮਜਬੂਰ ਹਾਂ। ਅੱਛਾ ਪੰਧੇਰ ਸਾਹਿਬ, ਜਿਵੇਂ ਹੁਣ ਤੱਕ ਮੀਡੀਆ ਦੇ ਵਿੱਚ ਇਸ ਧਰਨੇ ਦੀ ਇਮੇਜ ਬਣੀ ਹੈ ਜਾਂ ਇਹਨੂੰ ਇੱਕ ਮਤਲਬ ਇੱਥੇ ਆ ਪਿੰਨੀਆਂ ਬਣ ਰਹੀਆਂ ਜਾਂ ਉਹ ਬਣ ਰਹੀਆਂ, ਇੱਥੇ ਆ ਕੇ ਜਿਹੜਾ ਅਸੀਂ ਦੇਖਦੇ ਹਾਂ ਵੀ ਜਿਹੜਾ ਦਰਦ ਹੈ ਇੱਥੇ ਖੁਦਕੁਸ਼ੀ ਪੀੜਿਤ ਪਰਿਵਾਰਾਂ ਦਾ, ਇੱਥੇ ਅਸੀਂ ਔਰਤਾਂ ਨੂੰ ਮਿਲੇ ਅੱਜ ਜਿਨ੍ਹਾਂ ਦੇ ਪਰਿਵਾਰ 'ਚ ਕੋਈ ਨਹੀਂ ਬਚਿਆ ਗਾ। ਇੱਕ ਬੰਦਾ ਸੀ ਉਹਨੇ ਖੁਦਕੁਸ਼ੀ ਕਰ ਲਈ, 6-6 ਕਨਾਲ ਜ਼ਮੀਨ ਸੀ ਜਾਂ 1.5 ਕਨਾਲ ਜ਼ਮੀਨ ਸੀ। ਉਹ ਜਿਹੜਾ ਦਰਦ ਹੈ ਉਹ ਸ਼ਾਇਦ ਕਿਤੇ ਪ੍ਰੋਜੈਕਟ ਹੋਣ ਤੋਂ ਰਹਿ ਗਿਆ ਵੀ ਕਿਸਾਨ ਇੰਨਾ ਸਫ਼ਰ ਕਰ ਰਿਹਾ, ਉਹ ਸਰਕਾਰ ਦੇ ਸਾਹਮਣੇ ਨਹੀਂ ਜਾ ਰਿਹਾ। ਮੇਰੇ ਖਿਆਲ ਪ੍ਰੋਜੈਕਟ ਇਸ ਮੋਰਚੇ ਵਿੱਚ ਲਗਭਗ ਮੇਰੇ ਖਿਆਲ ਬਿੱਲਾਂ ਵਾਲਾ ਤਾਂ ਉੱਭਰਿਆ, ਪਰ ਮੈਨੂੰ ਲੱਗਦਾ ਉੱਭਰਿਆ ਹੈ ਇਹ ਤੋਂ ਪਹਿਲੋਂ। ਹੁਣ ਸੁਣਨ ਵਾਲੇ ਸੁਣਨਾ ਨਹੀਂ ਚਾਹੁੰਦੇ ਅਸਲ ਵਿੱਚ। ਮਤਲਬ ਜਥੇਬੰਦੀਆਂ ਪੰਜਾਬ ਵਾਲੀਆਂ ਦਾ ਖਾਸ ਕਰਕੇ ਦੇਸ਼ ਵਾਲੀਆਂ ਵਿੱਚ ਬਹੁਤ ਵੱਡੇ ਪੱਧਰ 'ਤੇ ਨਾ ਵਾਰ ਆ। ਖੁਦਕੁਸ਼ੀ ਵਾਲੇ ਕੇਸ ਤਾਂ ਬਹੁਤ ਆਭਾਰੇ। ਹਜੇ ਤੱਕ ਤਾਂ ਕਿਸੇ ਮਾਂ ਦੇ ਪੁੱਤ ਨੇ ਇਹ ਨਹੀਂ ਕੋਸ਼ਿਸ਼ ਕੀਤੀ, ਸੈਂਟਰ ਵਾਲੇ ਨੇ ਪੰਜਾਬ ਵਾਲੇ ਨੇ, ਅਸੀਂ ਕੋਈ ਕਮਿਸ਼ਨ ਕੱਢ ਦਈਏ ਵੀ ਅਸਲ ਡਾਟਾ ਹੀ ਨਹੀਂ ਹੈਗਾ ਵੀ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਉੱਕੜ ਪੁੱਕੜ ਜਦੋਂ ਤੋਂ ਇਹ ਧਰਨੇ ਸ਼ੁਰੂ ਹੋਏ ਆ ਉਦੋਂ ਤੋਂ ਹੁਣ ਤੱਕ 95 ਸੁਸਾਈਡ ਹੋ ਗਏ, 95 ਹੁਣ ਤੱਕ ਹੋ ਚੁੱਕੇ ਆ। ਪਰ ਉਹਦੇ ਤੇ ਉਹੀ ਗੱਲ ਹੈ ਵੀ ਫਿਰ ਉਹਨਾਂ ਗੱਲਾਂ ਤੇ ਕੋਈ ਚਰਚਾ ਹੀ ਹੈ ਨਹੀਂ ਗੀ ਵੀ ਜੇ ਜਿਹੜਾ ਮੌਜੂਦਾ ਸਿਸਟਮ ਹੈ ਤੁਹਾਡਾ
ਉਹਦੇ 'ਚ ਕਿਸਾਨ ਇੰਨਾ ਸਫਰ ਕਰ ਰਹੇ, ਉਹਦੀ ਸਫਰਿੰਗ ਦੀ ਗੱਲ ਨਹੀਂ ਹੋ ਰਹੀ। ਦੂਜਾ ਵੀ ਸਰਕਾਰ ਜਿਵੇਂ ਬੰਦੇ ਨੂੰ ਮੁੱਦੇ ਨੂੰ ਕਨਵਰਟ ਕਰਦੀ ਆ, ਉਹ ਜਦੋਂ ਇਸ ਕਿਸਮ ਦੀ ਸਮੱਸਿਆ ਆਉਂਦੀ ਆ ਮੀਡੀਆ ਵੀ ਵੱਟ ਜਾਂਦਾ ਵਾ ਵੀ ਇਹ ਜੀ ਟਰੈਕਟਰ ਵੱਡੇ ਲੈਂਦੇ ਆ ਜਾਂ ਦੂਜੀਆਂ ਵਿਆਹ ਕਰਦੇ ਆ ਫਲਾਣ, ਉਹ ਗੱਲਾਂ ਨੂੰ ਹੋਰ ਪਾਸੇ ਕਨਵਰਟ ਕਰਦੇ ਆ। ਜਾਂ ਜਿਹੜਾ ਕੋਈ ਗੱਲ ਕਰਦਾ ਕਿਸਾਨ ਨੂੰ, ਤੇ ਇੱਥੋਂ ਤੱਕ ਦਪਿੰਦਰ ਸ਼ਰਮਾ ਕਹਿੰਦਾ ਮੈਨੂੰ ਟਰੋਲ ਕੀਤਾ ਜਾਂਦਾ ਵਾ ਇੱਕ ਵੱਡੇ ਇਸ਼ੂ। ਅਸੀਂ ਨਹੀਂ ਕਹਿੰਦੇ ਸ਼ਹਿਰ ਦੇ ਲੋਕ ਮਾੜੇ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਸਾਡੀਆਂ ਸਮੱਸਿਆ ਬਾਰੇ। ਉਸ ਸਹੀ ਢੰਗ ਨਾਲ ਸ਼ਹਿਰ ਦੇ ਲੋਕਾਂ 'ਚ ਗੱਲਾਂ ਨਹੀਂ ਗਈਆਂ ਹੋਈਆਂ ਤੋ ਟਰੋਲ ਕਰਦੇ ਆ। ਤੋ ਇਹ ਜਿਹੜਾ ਅਸਲ ਪੱਖ ਹੈ ਕਿਸਾਨੀ ਵਾਲਾ ਵੀ ਖੁਦਕੁਸ਼ੀਆਂ ਦਾ ਕਾਰਨ ਕੀ ਆ, ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਨੇ ਜਾਂ ਕੋਈ ਸਾਡਾ ਸੱਭਿਆਚਾਰ ਵਿੱਚ ਕੋਈ ਸਮੱਸਿਆ ਤਾਂ ਉਹ ਜ਼ਿੰਮੇਵਾਰ ਆ। ਇਹਦੇ ਤੇ ਚਰਚਾ ਵੀ ਨਹੀਂ ਹੁੰਦੀ। ਇਹ ਗੰਭੀਰ ਵਿਸ਼ੇ ਨੇ, ਇਸ ਕਿਸਮ ਦੇ ਨਾ ਡਿਬੇਟਾਂ ਹੁੰਦੀਆਂ ਨਾ ਚਰਚਾ ਹੁੰਦੀਆਂ। ਇਹ ਪੱਕ ਤਾਂ ਰਹੇ ਨੇ ਪਰ ਇਹ ਦਰਦ ਤਾਂ ਹੈਗਾ, ਚੁੱਕਿਆ ਵੀ ਆ, ਪਰ ਨਾ ਤਾਂ ਇਹਦੇ ਤੇ ਕੋਈ ਕਾਰਵਾਈ ਸਰਕਾਰ ਕਰਦੀ ਆ, ਨਾ ਕੋਈ ਆંકੜੇ ਇਕੱਠੇ ਹੁੰਦੇ ਆ। ਸਗੋਂ ਇਲੈਕਸ਼ਨਾਂ ਵਿੱਚ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ, ਵਾਅਦਿਆਂ ਦੇ ਰੂਪ ਵਿੱਚ ਆਉਂਦੀਆਂ ਨੇ, ਪਰ ਉਦੋਂ ਬਾਅਦ ਗਈ ਤਈ ਗੱਲ ਹੁੰਦੀ ਆ। ਅੱਛਾ, ਇਸ ਸੰਘਰਸ਼ ਨੂੰ ਬੜੇ ਰੰਗਾਂ 'ਚ ਰੰਗਣ ਦੀ ਕੋਸ਼ਿਸ਼ ਹੋਈ ਜੁਗਰਾਹਾਂ ਸਾਹਿਬ, ਬਸ ਲਾਸਟ ਸਵਾਲ ਹੈ। ਬੜੇ ਰੰਗਾਂ 'ਚ ਰੰਗਣ ਦੀ ਕੋਸ਼ਿਸ਼ ਹੋਈ, ਪਹਿਲਾਂ ਖਾਲਿਸਤਾਨੀ ਰੰਗ, ਫਿਰ ਇੱਧਰ ਉੱਧਰ ਦੇ ਕਨੈਕਸ਼ਨ, ਫਿਰ ਕਮਿਊਨਿਸਟ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਹੋਈ। ਤੁਹਾਡੇ ਤੇ ਵੀ ਉਦੋਂ ਸਵਾਲ ਆਏ ਜਦੋਂ ਕੁਝ ਫੋਟੋਆਂ ਜੀਆਂ ਲਹਿਰਾਈਆਂ ਗਈਆਂ ਸੀਗੀਆਂ, ਦਿਖਾਈਆਂ ਗਈਆਂ, ਉਹ ਬੇਸ਼ੱਕ ਕੋਈ ਲਹਿਰਾ ਗਿਆ ਜਾਂ ਜਿਵੇਂ ਵੀ ਸੀ, ਉਦੋਂ ਵੀ ਸਵਾਲ ਆਏ ਕਿ ਅੱਛਾ ਪੰਜਾਬ ਦੇ ਲੋਕਾਂ ਨੇ ਵੀ ਇਹ ਸਵਾਲ ਕੀਤੇ ਕਿ ਜੇ ਹਿਊਮਨ ਰਾਈਟਸ ਦੀ ਗੱਲ ਕਰਨੀ ਹੈ ਤਾਂ ਫਿਰ ਬੰਦੇ ਬਾਹਰੋਂ ਇੰਪੋਰਟ ਕਿਉਂ ਕਰਦੇ ਆ ਆਪਾਂ, ਫਿਰ ਸਾਡੇ ਕੋਲ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਹਿਊਮਨ ਰਾਈਟਸ ਦੀ ਗੱਲ ਕਿਉਂ ਨਹੀਂ ਕਰਦੇ? ਕੀ ਜਵਾਬ? ਦੇਖੋ, ਸਰਕਾਰ ਹੈ ਜਿਹੜੀ, ਸਰਕਾਰ ਨੇ ਕਿਸੇ ਵੀ ਘੋਲ ਨੂੰ ਡਿਫੀਟ ਕਰਨਾ ਜਦ ਤੋੜਨਾ ਜਾਂ ਉਹਨੂੰ ਕਮਜ਼ੋਰ ਕਰਨਾ, ਉਹ ਹਰ ਇੱਕ ਹਰਬਾ ਵਰਤਦੀ ਹੈ। ਇਹ ਐ ਨਹੀਂ ਵੀ ਇਹਨਾਂ ਨੇ ਪਹਿਲੀ ਵਾਰੀ ਵਰਤੇ। ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਅਸੀਂ ਲਗਾਤਾਰ 15 ਸਤੰਬਰ ਤੋਂ ਸਾਰੇ ਮੋਰਚੇ ਵੱਡੇ, ਉਹ ਤਾਂ 6 ਮਹੀਨਿਆਂ ਤੋਂ ਹੋ ਗਏ, ਜੁਲਾਈ ਤੋਂ ਲੈ ਕੇ ਹੋ ਗਏ, ਉਦੋਂ ਤਾਂ ਮੋਰਚਿਆਂ 'ਚ ਹੀ ਆ, 6 ਮਹੀਨਿਆਂ ਤੋਂ ਮੋਰਚਿਆਂ 'ਚ ਆ। ਉਦੋਂ ਤੋਂ ਸਰਕਾਰ ਇਹ ਕਹੀ ਜਾਂਦੀ ਹੈ, ਮੋਦੀ ਸਾਹਿਬ ਦਾ ਬਿਆਨ ਜਾਂਦਾ ਵੀ ਇਹ ਸਾਰੇ ਕਾਂਗਰਸੀ ਆ, ਇਹ ਤਾਂ ਕਿਸਾਨ ਹੀ ਹੈ ਨਹੀਂ। ਜਾਨੀ ਇੱਥੇ ਆ ਗਏ ਜਦੋਂ, ਇੱਥੇ ਤਾਂ ਕਹਿਣ ਲੱਗ ਗਏ ਵੀ ਕਿਸਾਨ, ਪੰਜਾਬ ਦੇ ਕਿਸਾਨ ਨੇ ਤੋਮਰ ਮੰਨਿਆ ਵੀ ਤੁਸੀਂ ਕਿਸਾਨ ਹੋ ਭਾਈ, ਇਹ ਵੀ ਮੰਨਿਆ ਵੀ ਵਧਾਈ ਹੈ ਵੀ ਤੁਸੀਂ ਪੀਸਫੁਲ ਹੋ, ਇਹ ਦੋਨੇ ਗੱਲਾਂ ਮੰਨਿਆ। ਇਹ ਤੁਹਾਨੂੰ ਵਧਾਈ ਹੈ ਵੀ ਤੁਹਾਡੇ ਪੋਲੀਟੀਕਲ ਪਾਰਟੀਆਂ ਨੇੜੇ ਨਹੀਂ ਲੱਗਣ ਦਿੱਤੀਆਂ। ਇਹ 5 ਤਰੀਕ ਦਾ ਤੋਮਰ ਦਾ ਸਟੇਟਮੈਂਟ ਵੀ ਹੈ ਤੇ 6 ਨੂੰ ਅਖਬਾਰ 'ਚ ਵੀ ਲੱਗ ਗਈ। ਜਾਨੀ 10 ਤਰੀਕ ਨੂੰ 11 ਤਰੀਕ ਨੂੰ ਪੱਤਾ ਬਦਲਤਾ। ਜਦੋਂ ਇਹ 9 ਤਰੀਕ ਦੀ ਮੀਟਿੰਗ ਦੇ ਵਿੱਚ ਇਹ ਐਲਾਨ ਹੋ ਗਿਆ ਵੀ 12 ਤਰੀਕ ਨੂੰ ਟੋਲ ਪਲਾਜ਼ੇ ਜਾਮ ਹੋਣਗੇ ਸਾਰੇ ਇੰਡੀਆ 'ਚ, 14 ਤਰੀਕ ਨੂੰ ਹਿੰਦੁਸਤਾਨ ਧਰਨੇ ਹੋਣਗੇ ਤੇ ਜੈਪੁਰ ਹਾਈਵੇ ਰੋਕਿਆ ਜਾਊਗਾ। 9 ਤਰੀਕ ਨੂੰ ਜਦੋਂ ਸਟੇਟਮੈਂਟ ਆਉਂਦੀ ਹੈ ਤਾਂ 10 ਤਰੀਕ ਨੂੰ ਤੋਮਰ ਦਾ ਬਿਆਨ ਆ ਜਾਂਦਾ ਵੀ ਇਹ ਭਾਈ ਹੁਣ ਹਿੰਸਕ ਵੀ ਹੋਣਗੇ। ਇਹਨੇ 11 ਤਰੀਕ ਨੂੰ ਵੀ ਇਹ ਹੁਣ ਹਿੰਸਕ ਵੀ ਹੋਊਗਾ ਘੋਲ, ਇਹ ਨਕਸਲਵਾੜੀ ਵੀ ਬਣ ਗਏ। ਉਦੋਂ ਪਹਿਲਾਂ ਆ ਗਿਆ ਬਿਆਨ ਵੀ ਇਹ ਖਾਲਿਸਤਾਨੀ ਵੀ ਨੇ, ਜਾਨੀ ਉਦੋਂ ਪਿੱਛੋਂ ਆ ਗਿਆ ਵੀ ਇਹ ਚੀਨ ਦੇ ਏਜੰਟ ਵੀ ਨੇ। ਉਦੋਂ ਪਿੱਛੋਂ ਪੱਤਾ ਹੋਰ ਚਲਾਇਆ ਵੀ ਹਰਿਆਣੇ ਦੇ ਕਿਸਾਨਾਂ ਦਾ ਤਾਂ ਪਾਣੀ ਦੇ SYL ਦਾ ਰੌਲਾ। ਉਦੋਂ ਪਿੱਛੋਂ ਪੱਤਾ ਹੋਰ ਚਲਾਇਆ ਵੀ ਇੱਕ ਪੈਰਲਲ ਜਥੇਬੰਦੀਆਂ ਖੜੀਆਂ ਕਰਕੇ ਉਹ ਕਹਾਤਾ ਉਹਨਾਂ ਨੂੰ ਵੀ ਭਾਈ ਇਹ ਕਾਨੂੰਨ ਤਾਂ ਬਹੁਤ ਠੀਕ ਨੇ। ਜਾਨੀ ਹਰ ਹਰਬਾ ਵਰਤਣ ਦੀ ਕੋਸ਼ਿਸ਼ ਕਰਦੇ ਨੇ। ਆਹ ਸੁਪਰੀਮ ਕੋਰਟ ਵਾਲਾ ਵੀ ਕੱਢ ਲਿਆ ਹੁਣ, ਸੁਪਰੀਮ ਕੋਰਟ ਦੇ ਵਿੱਚੋਂ ਵੀ ਹੁਣ ਇਹ ਵੀ ਇਹਨਾਂ ਨੂੰ ਇਹ ਗੈਰ ਕਾਨੂੰਨੀ ਬੈਠੇ ਨੇ, ਇਹਨਾਂ ਨੂੰ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ, ਉਹ ਵੀ ਰਿੱਟ ਦਾ ਇੱਧਰ ਹੀ ਹੋਊਗਾ ਚੱਕਰ ਕੋਈ। ਜਾਨੀ ਹਰ ਹਰਬਾ ਵਰਤਦੇ ਨੇ ਪਰ ਪ੍ਰਚਾਰ ਨੇ, ਪੈਰਲ ਪਿੰਡਾਂ ਦੇ ਵਿੱਚ ਪ੍ਰਚਾਰ ਹੈ। ਦੇਖੋ ਜੀ, ਕਾਨੂੰਨ 'ਚ ਸੋਧਾਂ ਕਰਤੀਆਂ, ਹੁਣ ਕਿਸਾਨ ਤਾਂ ਮੁੱਛ ਦਾ ਸਵਾਲ ਬਣਾਈ ਖੜੇ ਨੇ। ਭਲਾ ਇਹ ਕਿਹੜੀ ਮੁੱਛ ਦਾ, ਕਿਹੜੀ ਹੈ ਸਾਡੇ ਮੁੱਛ? ਮਰੀ ਜਾਂਦੇ ਹਾਂ ਅਸੀਂ। 2 ਦਰਜਨ ਦੇ ਜਿਹੜੇ ਸਾਡੇ ਇੱਥੇ ਬੰਦੇ ਸ਼ਹੀਦ ਹੋ ਗਏ, ਪਿੱਛੇ ਸਾਡਾ ਕੰਮ ਖਰਾਬ ਹੋ ਜਾਂਦਾ। ਸੜਕਾਂ 'ਤੇ ਅਸੀਂ ਬੈਠੇ ਹਾਂ, ਪਾਣਿਆਂ 'ਚ ਮਰਨ ਲੱਗ ਰਹੇ ਹਾਂ। ਮੁੱਛ ਦਾ ਸਵਾਲ ਸਾਡਾ ਕਾਹਦਾ? ਸਰਕਾਰ ਮੂਹਰੇ ਫਰਿਆਦ ਕਰਨਾ ਆ ਮੁੱਛ ਦਾ ਸਵਾਲ, ਤੁਸੀਂ ਹੈਂਗੜ ਤੇ ਹੁਮੈ ਉਹ। ਜਾਨੀ ਹਰ ਹਰਬਾ ਇਹਦੇ ਵਿੱਚੋਂ ਕੁਝ ਜਥੇਬੰਦੀਆਂ ਦੇ ਵਿੱਚੋਂ ਪਾੜ ਕੇ ਕਮਜ਼ੋਰ ਕਰਕੇ ਡਰਾਉਣ ਦੀ ਕੋਸ਼ਿਸ਼ ਵੀ ਕਰਦੇ ਨੇ। ਇੱਕ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ 'ਤੇ ਪਾਈ ਹੈ ਵੀ ਅੱਜ ਰਾਤ ਨੂੰ ਫੌਜਾਂ ਚਾੜ ਦੇਣੀਆਂ ਨੇ, ਆਹ ਕੁੰਡਲੀ ਵਾਲਾ ਜਿਹੜਾ ਨਾਕਾ ਜੀ ਇਹਦੇ ਤਾਂ ਤਬਾਹ ਕਰ ਦਿੰਦੇ ਨੇ, ਡਰੋਨ ਹੋ ਜਾਣਾ, ਫਲਾਣਾ ਹੋ ਜਾਣਾ, ਬੜਾ ਕੋਸ਼ਿਸ਼ ਕਰਦੇ ਨੇ। ਕਿਹੜਾ ਹਰਬਾ ਨਹੀਂ ਵਰਤਦੇ ਹੁਣ ਤੱਕ ਵੀ ਸਾਰੇ ਪੱਤੇ ਚੱਲਦੇ ਨੇ। ਇਹ ਸਰਕਾਰ ਦਾ ਕੰਮ ਹੁੰਦਾ, ਇਹ ਸਰਕਾਰ ਹਰਬੇ ਵਰਤਦੀ ਹੈ। ਅਸੀਂ ਸਾਰੇ ਪੱਤੇ ਉਹਨਾਂ ਦੇ ਕੁੱਟੇ ਨੇ, ਸਾਨੂੰ ਵੀ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਸਾਰੇ ਇਕੱਠੇ ਹਾਂ, ਇਕਜੁੱਟ ਹਾਂ ਤੇ ਜਿੱਤ ਕੇ ਜਾਵਾਂਗੇ, ਇਸ ਗੱਲ ਤੇ ਖੜੇ ਹਾਂ। ਚਲੋ, ਬਹੁਤ ਸ਼ੁਕਰੀਆ ਸਰਵਨ ਸਿੰਘ ਪੰਧੇਰ, ਜੋਗਿੰਦਰ ਸਿੰਘ ਉਗਰਾਹਾਂ ਨੂੰ ਤੁਸੀਂ ਸੁਣ ਰਹੇ ਸੀ। ਦੋਵਾਂ ਦੇ ਵੱਲੋਂ ਹੁਣੇ ਪ੍ਰੈਸ ਕਾਨਫਰੰਸ ਦੋਵਾਂ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਹੈ। ਅੱਗੇ ਕਿਸ ਤਰੀਕੇ ਦੇ ਨਾਲ ਤਾਲਮੇਲਮਾ ਐਕਸ਼ਨ ਕਰਕੇ ਇਸ ਸੰਘਰਸ਼ ਨੂੰ ਅੱਗੇ ਵਧਾਉਣਾ। ਫਿਲਹਾਲ ਸੁਪਰੀਮ ਕੋਰਟ ਦੀ ਅੱਜ ਦੀ ਜਿਹੜੀ ਵੱਡੀ ਗੱਲ ਹੈ, ਇੱਥੋਂ ਤੱਕ ਜੋ ਸੰਘਰਸ਼ ਹੁਣ ਤੱਕ ਪਹੁੰਚਿਆ, ਉਹਦੇ 'ਚ ਹੁਣ ਦੀ ਵੱਡੀ ਗੱਲ ਇਹ ਹੈ
ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਹ ਪੁੱਛਿਆ ਜੇ ਇਹਦੇ ਤੇ ਸਟੇ ਲਾ ਦਈਏ ਤਾਂ ਤੁਹਾਡੀ ਕੀ ਰਾਏ ਹੈ। ਹੁਣ ਜੇ ਇਸ ਤਰ੍ਹਾਂ ਦਾ ਕੋਈ ਜਵਾਬ ਦਿੰਦੀ ਹੈ ਕੇਂਦਰ ਸਰਕਾਰ, ਜੇ ਉਹ ਰਾਜ਼ੀ ਹੁੰਦੀ ਹੈ ਵੀ ਇਹਦੇ ਤੇ ਸਟੇ ਲਾ ਦਿਓ, ਤਾਂ ਫਿਰ ਜਥੇਬੰਦੀਆਂ ਵਿਚਾਰ ਕਰਨਗੀਆਂ ਵੀ ਇਸ ਘੋਲ ਨੂੰ ਕੀ ਵਿਰਾਮ ਦੇਣਾ ਹੈ ਜਾਂ ਚਾਲੂ ਰੱਖਣਾ ਹੈ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਜਗਬਾਣੀ, ਟਿਕਰੀ ਬਾਰਡਰ, ਦਿੱਲੀ।